ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਸਵਾਗਤ ਹੈ। ਤੇ ਅੱਜ ਗੱਲਬਾਤ ਕਰਾਂਗੇ ਜਿਹੜਾ ਸੰਮੇਲਨ ਹੋ ਕੇ ਹਟਿਆ G20 ਸੰਮੇਲਨ। G20 ਜਾਂ ਗਰੁੱਪ ਆਫ 20 ਦੁਨੀਆ ਦੀਆਂ 20 ਸਭ ਤੋਂ ਵੱਡੇ ਅਰਥਚਾਰਿਆਂ ਦਾ ਸਮੂਹ ਜੋ ਸੰਸਾਰ ਦੇ ਅਰਥਚਾਰੇ ਦੀ ਦਿਸ਼ਾ ਤੇ ਦਸ਼ਾ ਦੋਨੇ ਤੈਅ ਕਰਦਾ ਹੈ। G20 ਸਿਖਰ ਸੰਮੇਲਨ ਦੇ ਦੌਰਾਨ ਸੰਸਾਰ ਦੇ ਅਰਥਚਾਰੇ ਦਾ ਏਜੰਡਾ ਤੈਅ ਕੀਤਾ ਜਾਂਦਾ ਹੈ ਤੇ ਇਸ ਵਿੱਚ ਦੁਨੀਆ ਦੇ ਸਭ ਤੋਂ ਮਜ਼ਬੂਤ ਅਰਥਚਾਰੇ ਵਾਲੇ 19 ਦੇਸ਼ ਅਤੇ ਇੱਕ ਯੂਰਪੀ ਸੰਘ ਸ਼ਾਮਲ ਹੈ। ਇਹ 19 ਦੇਸ਼ ਨੇ ਬ੍ਰਿਟੇਨ, ਅਮਰੀਕਾ, ਭਾਰਤ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਦੱਖਣੀ ਕੋਰੀਆ ਅਤੇ ਤੁਰਕੀ। ਦੁਨੀਆ ਭਰ ਦਾ 85% ਕਾਰੋਬਾਰ G20 ਮੈਂਬਰ ਦੇਸ਼ਾਂ ਦੇ ਵਿੱਚ ਹੀ ਹੁੰਦਾ ਹੈ ਤੇ ਇੰਨਾ ਹੀ ਨਹੀਂ, ਦੁਨੀਆ ਦੀਆਂ 2/3 ਆਬਾਦੀ ਵੀ G20 ਮੁਲਕਾਂ ਦੇ ਵਿੱਚ ਹੀ ਰਹਿੰਦੀ ਹੈ। ਹਰ ਸਾਲ ਹੋਣ ਵਾਲਾ G20 ਸੰਮੇਲਨ 2008 ਦੀ ਆਰਥਿਕ ਮੰਦੀ ਦੇ ਬਾਅਦ ਸ਼ੁਰੂ ਹੋਇਆ ਸੀ ਤੇ ਸ਼ੁਰੂਆਤੀ ਸਾਲਾਂ ਦੇ ਵਿੱਚ G20 ਸੰਮੇਲਨ ਦੇ ਵਿੱਚ ਕੌਮਾਂਤਰੀ ਵਪਾਰ ਅਤੇ ਆਰਥਿਕ ਟੀਚਿਆਂ ਨੂੰ ਲੈ ਕੇ ਦੇਸ਼ਾਂ ਦੇ ਵਿਚਾਲੇ ਗੱਲਬਾਤ ਹੋਈ ਤੇ ਅੱਗੇ ਚੱਲ ਕੇ ਜਿਵੇਂ-ਜਿਵੇਂ ਸੰਸਾਰ ਦੇ ਮੁੱਦੇ ਬਦਲੇ G20 ਦਾ ਏਜੰਡਾ ਵੀ ਬਦਲਦਾ ਗਿਆ। ਇਸ ਵਿੱਚ ਜਲਵਾਯੂ ਪਰਿਵਰਤਨ ਅਤੇ ਕੌਮਾਂਤਰੀ ਅੱਤਵਾਦ ਵਰਗੇ ਮੁੱਦਿਆਂ ਤੇ ਵੀ ਚਰਚਾ ਹੋਣ ਲੱਗੀ। G20 ਦੇਸ਼ਾਂ ਨੇ ਇਸ ਗੱਲ ਤੇ ਸਹਿਮਤੀ ਦਿਖਾਈ ਹੈ ਕਿ ਆਲਮੀ ਤਪਸ਼ ਬਾਰੇ ਅਰਥ ਭਰਪੂਰ ਤੇ ਕਾਰਗਰ ਕਦਮ ਚੁੱਕਣ ਦੀ ਲੋੜ ਹੈ। ਹਾਲਾਂਕਿ ਸਮਝੌਤੇ ਦਾ ਜੋ ਖਰੜਾ ਬਾਹਰ ਆਇਆ ਉਸ ਵਿੱਚ ਬਹੁਤ ਘੱਟ ਅਹਿਦ ਇਸ ਦਿਸ਼ਾ ਵਿੱਚ ਲਏ ਗਏ ਹਨ ਜਿਸ ਤੋਂ ਕਾਰਕੁਨਾਂ ਦੇ ਵਿੱਚ ਨਿਰਾਸ਼ਾ ਹੈ। ਇੱਥੋਂ ਤੱਕ ਕਿ ਮੇਜ਼ਬਾਨ ਇਟਲੀ ਨੂੰ ਵੀ ਉਮੀਦ ਸੀ ਕਿ ਗਲਾਸਗੋ ਦੇ ਵਿੱਚ ਜਾਰੀ COP26 ਸੰਮੇਲਨ ਤੋਂ ਪਹਿਲਾਂ ਇਸ G20 ਬੈਠਕ ਵਿੱਚ ਕੁਝ ਠੋਸ ਨਿਕਲ ਕੇ ਆਵੇਗਾ, ਪਰ ਅਜਿਹਾ ਨਹੀਂ ਹੋ ਸਕਿਆ। G20 ਦੇਸ਼ਾਂ ਦੇ ਸਮੂਹ ਵਿੱਚ ਭਾਰਤ ਸਮੇਤ 19 ਦੇਸ਼ ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ ਜੋ ਕਿ ਦੁਨੀਆ ਦੀ ਕਾਰਬਨ ਉਤਸਰਜਨ ਦੇ 19% ਦੇ ਲਈ ਜ਼ਿੰਮੇਵਾਰ। G20 ਦੇਸ਼ਾਂ ਦੇ ਆਗੂਆਂ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ 2050 ਤੱਕ ਦੁਨੀਆ ਦੀ ਕਾਰਬਨ ਨਿਕਾਸੀ ਦਾ ਸਿਫਰ ਪੱਧਰ ਤੱਕ ਲੈ ਕੇ ਆਉਣ ਬਾਰੇ ਵੀ ਕੋਈ ਠੋਸ ਗੱਲ ਨਹੀਂ ਕੀਤੀ ਗਈ ਹੈ ਤੇ ਸਾਂਝੇ ਬਿਆਨ ਵਿੱਚ ਹਾਲਾਂਕਿ ਕਿਹਾ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਕੌਮਾਂਤਰੀ ਪੱਧਰ ਅਤੇ ਕੋਲੇ ਦੀਆਂ ਨਵੀਆਂ ਖਾਨਾਂ ਨੂੰ ਫੰਡ ਨਹੀਂ ਕੀਤਾ ਜਾਵੇਗਾ, ਜੋ ਕਿ ਇੱਕ ਸਖਤ ਸੁਨੇਹਾ ਹੈ ਤੇ ਇਸ ਦੇ ਨਾਲ ਆਪਣੀਆਂ ਊਰਜਾ ਲੋੜਾਂ ਦੇ ਲਈ ਕੋਲੇ ਉੱਪਰ ਨਿਰਭਰ ਦੇਸ਼ਾਂ ਜਿਵੇਂ ਭਾਰਤ, ਚੀਨ, ਰੂਸ ਇਸ ਉੱਪਰ ਵੀ ਦਬਾਅ ਬਣੇਗਾ ਕਿ ਉਹ ਕੋਲੇ ਦੇ ਬਦਲਾਂ ਦੀ ਸਰਗਰਮੀ ਦੇ ਨਾਲ ਭਾਲ ਕਰਨ। ਹਾਲਾਂਕਿ ਅਮੀਰ ਦੇਸ਼ਾਂ ਨੇ ਆਪਣੇ ਘਰਾਂ ਵਿੱਚ ਕੋਲੇ ਤੋਂ ਪੈਦਾ ਕੀਤੇ ਜਾਣ ਵਾਲੀ ਊਰਜਾ ਵਿੱਚ ਕਮੀ ਕਰਨ ਤੋਂ ਪੈਰ ਪਿੱਛੇ ਖਿੱਚ ਲਿਆ। ਆਓ ਦੇਖਦੇ ਹਾਂ ਕੀ ਕਹਿਣਾ ਲੀਡਰਸ ਦਾ। Stand here before you. We've taken enormous strides to achieve that. But I don't stand here alone. This progress is being driven by young people all across America, like young people around the world. That's why as I look out of all the things that we've accomplished with so much more to do, I'm optimistic. For all the work that remains to be done, we have to put down significant markers of progress. And I'd like to thank our host, President Sisi, for bringing us together at this pivotal moment. I introduced the first piece of climate legislation in the United States Senate way back in 1986, 36 years ago. My commitment to this issue has been unwavering. Today, finally, thanks to the actions we've taken, I can stand here as President of the United States of America and say with confidence, the United States of America will meet our emissions targets by 2030. In just days, our planet's population will cross a new threshold. The 8 billionth member of our human family will be born. This milestone puts into perspective what this climate conference is all about. How will we answer when baby 8 billion is old enough to ask, what did you do for our world and for our planet when you had the chance? Excellencies, this UN climate conference is a reminder that the answer is in our hands. And the clock is ticking. We are in the fight of our lives and we are losing. Greenhouse gas emissions keep growing. Global temperatures keep rising. And our planet is fast approaching tipping points that will make climate chaos irreversible. We are on a highway to climate hell with our foot still on the accelerator.
Majesty Queen Elizabeth II addressed COP26 last year, she reflected how history has shown that when nations come together in common cause, there is always room for hope. When we began our COP presidency, just 1/3 of the global economy was signed up to net zero. Today, it is 90%. And for our part, the UK, which was the first major economy in the world to legislate for net zero, will fulfill our ambitious commitment to reduce emissions by at least 68% by 2030. And because there is no solution to climate change without protecting and restoring nature, in Glasgow, more than 140 countries, which are home to over 90% of the world's forests, made a historic promise to halt and reverse forest loss and land degradation by the end of this decade. ਬਾਲੀ ਦੇ ਵਿੱਚ G20 ਦੇ ਲੀਡਰ ਪਹੁੰਚੇ ਹੋਏ ਸਨ। ਹਰੇਕ ਆਗੂ ਨੂੰ ਜੰਗਲ ਵਿੱਚ ਲਗਾਉਣ ਦੇ ਲਈ ਇੱਕ ਛੋਟਾ ਜਿਹਾ ਮੈਂਗਰੋਵ ਦਿੱਤਾ ਗਿਆ ਸੀ ਜੋ ਉਹਨਾਂ ਨੇ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲਗਾਇਆ ਵੀ। ਇੱਥੇ G20 ਨੇਤਾਵਾਂ ਨੂੰ ਮੈਂਗਰੋਵ ਦੀਆਂ ਵੱਖ-ਵੱਖ ਕਿਸਮਾਂ ਅਤੇ ਉਹਨਾਂ ਦੇ 100 ਸਾਲ ਤੱਕ ਦੇ ਸੰਭਾਵਿਤ ਜੀਵਨ ਕਾਲ ਬਾਰੇ ਵੀ ਦੱਸਿਆ ਗਿਆ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਮੈਂਗਰੋਵਸ ਦੇ ਬਾਰੇ ਪੇਸ਼ਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜੰਗਲ ਦੇ ਵਿੱਚ 150 ਕਿਸਮਾਂ ਦੀਆਂ ਮੈਂਗਰੋਵਸ ਹਨ ਤੇ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੈਂਗਰੋਵ ਜੰਗਲ ਵਿੱਚ ਸੈਰ ਕਰਦੇ ਨਜ਼ਰ ਆਏ। ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਵਿੱਚ ਆਯੋਜਿਤ G20 ਸੰਮੇਲਨ ਵਿੱਚ ਦੁਨੀਆ ਭਰ ਦੇ ਨੇਤਾ ਗਰਮ ਜੋਸ਼ੀ ਦੇ ਨਾਲ ਮੁਲਾਕਾਤ ਕਰਦੇ ਦੇਖੇ ਗਏ। G20 ਸੰਮੇਲਨ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਸਮੇਂ-ਸਮੇਂ ਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦੇਖਿਆ ਗਿਆ। ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਉਣ ਨਾਲ ਸ਼ੁਰੂ ਹੋਇਆ ਇਹ ਸਿਲਸਿਲਾ ਸਲਾਮੀ ਦੀਆਂ ਤਸਵੀਰਾਂ ਤੱਕ ਰੁਕਿਆ ਨਹੀਂ। ਹੁਣ ਅਮਰੀਕੀ ਰਾਸ਼ਟਰਪਤੀ ਨੇ ਵੀ ਟਵਿੱਟਰ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਹੋ ਰਹੇ ਸਬੰਧਾਂ ਦੀ ਝਲਕ ਦਿੱਤੀ ਗਈ। ਉਹਨਾਂ ਟਵਿੱਟਰ ਤੇ ਲਿਖਿਆ, ਮੈਂ ਆਲਮੀ ਆਰਥਿਕ ਸਹਿਯੋਗ ਦੇ ਇੱਕ ਪ੍ਰਮੁੱਖ ਮੰਚ ਵਜੋਂ G20 ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵਿਡੋਡੋ ਦੇ ਨਾਲ ਮੁਲਾਕਾਤ ਕੀਤੀ। G20 ਸੰਮੇਲਨ ਦੇ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਪਹੁੰਚੇ ਜਿੱਥੇ ਉਹਨਾਂ ਨੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਨੂੰ ਉਸਾਰੂ ਦੱਸਿਆ। ਜੋ ਬਾਈਡਨ ਦੇ ਨਾਲ ਵੀ ਰਿਸ਼ੀ ਸੁਨਕ ਨੇ ਗੱਲਬਾਤ ਕੀਤੀ ਤੇ ਕਿਹਾ ਕਿ ਗੱਲਬਾਤ ਵਧੀਆ ਰਹੀ ਪਰ ਅਸੀਂ ਟ੍ਰੇਡ ਡੀਲ ਬਾਰੇ ਕੋਈ ਵੀ ਗੱਲ ਨਹੀਂ ਕੀਤੀ। On trade, we actually had a very good conversation with President Biden on a range of things. We didn't discuss the trade deal in particular, but we did discuss our economic partnership, and both of us acknowledged the fact that actually we are, the United States is our single largest trading partner, and there's a range of economic cooperation that is happening and can continue to happen in the future. We talked about energy, for example, and how we can work together to improve energy security at a time when we're all wanting to have more of that at home. So I'm filled with optimism about our ability to do more trade with the US, to deepen our economic relationship, but I said that can happen in lots of different ways, and you'll see that over the coming months and years, I'm sure. ਤੇ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਚਕਾਰ ਤਲਖੀ ਨਜ਼ਰ ਆਈ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋਹਾਂ ਦੇਸ਼ਾਂ ਦੇ ਆਗੂਆਂ ਦੇ ਦਰਮਿਆਨ ਇੱਕ ਦੂਜੇ ਦੇ ਨਾਲ ਨੋਕ ਝੋਕ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ਿਕਾਇਤ ਕਰਨ ਦੇ ਅੰਦਾਜ਼ ਵਿੱਚ ਟਰੂਡੋ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਸ਼ੀ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਸਾਡੇ ਦਰਮਿਆਨ ਜੋ ਵੀ ਚਰਚਾ ਹੋਈ ਉਹ ਅਖਬਾਰ ਵਿੱਚ ਲੀਕ ਹੋ ਗਈ ਤੇ ਇਹ ਠੀਕ ਨਹੀਂ ਹੈ ਤੇ ਗੱਲਬਾਤ ਦਾ ਇਹ ਕੋਈ ਤਰੀਕਾ ਨਹੀਂ ਸੀ। ਜੇ ਤੁਸੀਂ ਸੱਚੇ ਹੋ ਤਾਂ ਸਾਨੂੰ ਇੱਕ ਦੂਜੇ ਨਾਲ ਮਾਣਯੋਗ ਤਰੀਕੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਕਹਿਣਾ ਔਖਾ ਹੈ ਕਿ ਨਤੀਜਾ ਕੀ ਹੋਵੇਗਾ। ਦੋਹਾਂ ਆਗੂਆਂ ਦੇ ਵਿੱਚ ਹੋਈ ਗੱਲਬਾਤ ਦੀ ਵੀਡੀਓ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਚੱਲ ਰਹੇ G20 ਸੰਮੇਲਨ ਦੇ ਆਖਰੀ ਦਿਨ ਦੀ ਹੈ ਤੇ ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਆਰਾਮ ਦੇ ਨਾਲ ਜਵਾਬ ਦਿੰਦੇ ਹਨ। ਕੈਨੇਡਾ ਵਿੱਚ ਅਸੀਂ ਸੁਤੰਤਰ ਤੇ ਖੁੱਲੀ ਗੱਲਬਾਤ ਦੇ ਵਿੱਚ ਯਕੀਨ ਰੱਖਦੇ ਹਾਂ ਤੇ ਅਸੀਂ ਅਜਿਹਾ ਅੱਗੇ ਵੀ ਜਾਰੀ ਰੱਖਾਂਗੇ। ਅਸੀਂ ਸਕਾਰਾਤਮਕ ਤੌਰ ਤੇ ਇਕੱਠਿਆਂ ਕੰਮ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ ਪਰ ਚੀਜ਼ਾਂ ਅਜਿਹੀਆਂ ਵੀ ਹੋਣਗੀਆਂ ਜਿਨ੍ਹਾਂ ਤੇ ਅਸੀਂ ਅਸਹਿਮਤ ਹੋਵਾਂਗੇ। ਟਰੂਡੋ ਨੇ ਇਸ ਜਵਾਬ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਆਗੂਆਂ ਨੂੰ ਹੱਥ ਮਿਲਾ ਕੇ ਆਪੋ ਆਪਣੇ ਰਾਹ ਪੈਂਦੇ ਦੇਖਿਆ ਗਿਆ। ਜਾਂਦੇ ਜਾਂਦੇ ਚੀਨ ਦੇ ਰਾਸ਼ਟਰਪਤੀ ਨੂੰ ਇਹ ਕਹਿੰਦੇ ਸੁਣਿਆ ਗਿਆ, ਬਹੁਤ ਵਧੀਆ, ਪਰ ਪਹਿਲਾਂ ਅਜਿਹੇ ਹਾਲਾਤ 2018 ਦੇ ਵਿੱਚ ਕੈਨੇਡਾ ਵੱਲੋਂ ਚੀਨੀ ਕੰਪਨੀ ਹੁਵਾਵੇ ਟੈਕਨੋਲੋਜੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਮਿੰਗ ਵਾਨਯੂ ਨੂੰ ਨਜ਼ਰਬੰਦ ਕੀਤਾ ਗਿਆ ਸੀ ਤੇ ਜਵਾਬੀ ਕਾਰਵਾਈ ਦੇ ਵਿੱਚ ਬੀਜਿੰਗ ਨੇ ਜਾਸੂਸੀ ਦੇ ਇਲਜ਼ਾਮਾਂ ਤਹਿਤ ਕੈਨੇਡਾ ਦੇ ਜੋ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਬਾਅਦ ਵਿੱਚ ਤਿੰਨਾਂ ਨੂੰ ਰਿਹਾ ਕਰ ਦਿੱਤਾ ਸੀ। ਬਾਲੀ ਵਿੱਚ ਚੱਲ ਰਹੇ G20 ਸੰਮੇਲਨ ਵਿੱਚ ਦੋਹਾਂ ਆਗੂਆਂ ਦਰਮਿਆਨ ਹੋਈ ਇਸ ਗੱਲਬਾਤ ਨੂੰ ਉੱਥੇ ਮੌਜੂਦ ਇੱਕ ਕੈਮਰਾਮੈਨ ਨੇ ਕੈਦ ਕਰ ਲਿਆ। Everything we discussed is leaked to the paper. That's not appropriate. 而且我们也不是那样尽情的。 And that's not how the way the conversation was 如 conducted. 果有诚心，咱们就用一种互相尊重的态度来进行很好的沟通。 If there is 否则这个结果就不好说了。 if In there is Canada, we sincerity believe on in your part, free and open and frank dialogue, and that is what we will continue to have. We will continue to look to work constructively together, but there will be things we will disagree on, and we will have 有些 to 可以牵涉性，但是创造条件，创造条件。 Let's create the conditions first. 好，好，你这个。 ਚੀਨ ਦਾ ਕੈਨੇਡਾ ਦੀਆਂ ਚੋਣਾਂ ਵਿੱਚ ਦਖਲ ਚਿੰਤਾਜਨਕ ਲੱਗ ਰਿਹਾ ਹੈ। ਟਰੂਡੋ ਨੇ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਸੀ ਕਿ ਟਰੂਡੋ ਨੇ ਕੈਨੇਡਾ ਦੀਆਂ ਚੋਣਾਂ ਦੌਰਾਨ ਚੀਨੀ ਦਖਲ ਨੂੰ ਲੈ ਕੇ ਆਪਣੀ ਚਿੰਤਾ ਜਿਨਪਿੰਗ ਸਾਹਮਣੇ ਜ਼ਾਹਰ ਕੀਤੀ ਸੀ। ਮੀਡੀਆ ਵਿੱਚ ਆਈਆਂ ਖਬਰਾਂ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਸੀ ਕਿ 10 ਮਿੰਟ ਤੱਕ ਇਸ ਗੱਲਬਾਤ ਵਿੱਚ ਟਰੂਡੋ ਰੂਸ ਯੂਕਰੇਨ ਸੰਕਟ, ਉੱਤਰੀ ਕੋਰੀਆ ਦੇ ਹਾਲਾਤ ਅਤੇ ਜਲਵਾਯੂ ਬਦਲਾਅ ਦਾ ਮੁੱਦਾ ਚੁੱਕ ਰਹੇ ਸਨ। ਚੀਨ ਤੇ ਕੈਨੇਡਾ ਦੇ ਦਰਮਿਆਨ ਤਣਾਅ ਉਸ ਸਮੇਂ ਉਜਾਗਰ ਹੋਇਆ ਜਦੋਂ ਸਾਲ 2018 ਦੇ ਵਿੱਚ ਕੈਨੇਡਾ ਵੱਲੋਂ ਹੁਵਾਵੇ ਟੈਕਨੋਲੋਜੀ ਦੇ ਐਗਜ਼ੈਕਟਿਵ ਮਿੰਗ ਵਨ ਯੂ ਨੂੰ ਨਜ਼ਰਬੰਦ ਕੀਤਾ ਗਿਆ ਸੀ ਤੇ ਜਵਾਬ ਵਿੱਚ ਬੀਜਿੰਗ ਨੇ ਜਸੂਸੀ ਇਲਜ਼ਾਮਾਂ ਦੇ ਤਹਿਤ ਕੈਨੇਡਾ ਦੇ 2 ਮਾਈਕਲਸ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ ਵਿੱਚ ਤਿੰਨਾਂ ਨੂੰ ਰਿਹਾ ਭਾਵੇਂ ਕਰ ਦਿੱਤਾ ਗਿਆ ਸੀ, ਪਰ ਅਜੇ ਵੀ ਇਹ ਖਿੱਚਾਤਾਣ ਚੱਲ ਰਹੀ ਹੈ। ਪਰ ਹਾਲ ਹੀ ਦੇ ਵਿੱਚ ਹਾਈਡਰੋ ਕਿਊਬੈਕ ਦੇ ਇੱਕ ਕਰਮਚਾਰੀ ਯੂਸ਼ੇਂਗ ਵੈਂਗ ਦੀ ਗ੍ਰਿਫਤਾਰੀ ਤੋਂ ਬਾਅਦ ਤਣਾਅ ਮੁੜ ਸ਼ੁਰੂ ਹੋ ਗਿਆ। ਵੈਂਗ ਤੇ ਜਸੂਸੀ ਦਾ ਇਲਜ਼ਾਮ ਲਗਾਇਆ ਗਿਆ ਸੀ। ਕੈਨੇਡਾ ਦੀ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਵੈਂਗ ਨੇ ਵਪਾਰਕ ਭੇਦਾਂ ਦਾ ਪਲੰਦਾ ਇਕੱਠਾ ਕੀਤਾ ਜੋ ਪੀਪਲ ਰਿਪਬਲਿਕਨ ਆਫ ਚਾਈਨਾ ਨੂੰ ਲਾਭ ਪਹੁੰਚਾਇਆ ਜਾ ਸਕੇ ਤੇ ਕੈਨੇਡਾ ਦੇ ਵਿੱਤੀ ਹਿੱਤਾਂ ਨੂੰ ਨੁਕਸਾਨ। ਟਰੂਡੋ ਅਤੇ ਰਾਸ਼ਟਰਪਤੀ ਸ਼ੀ ਇੰਡੋਨੇਸ਼ੀਆ G20 ਸੰਮੇਲਨ ਵਿੱਚ ਸ਼ਾਮਿਲ ਹੋਣ ਦੇ ਲਈ ਬਾਲੀ ਦੇ ਵਿੱਚ ਪਹੁੰਚੇ ਹੋਏ ਸਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਦੋਹਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਦੇ ਤੱਤ ਮੀਡੀਆ ਨੂੰ ਲੀਕ ਕਰਕੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ। ਇੰਡੋਨੇਸ਼ੀਆ ਦੇ ਬਾਲੀ ਵਿੱਚ ਹੋ ਰਹੇ G20 ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੀਨ ਦੇ ਰਾਸ਼ਟਰਪਤੀ ਦੇ ਨਾਲ ਆਮੋ ਸਾਹਮਣੇ ਗੱਲਬਾਤ ਕੀਤੀ ਗਈ ਸੀ। ਹਾਲਾਂਕਿ ਇਹ ਸੰਮੇਲਨ ਹੁਣ ਖਤਮ ਹੋ ਗਿਆ, ਪਰ ਇਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ। ਸ਼ੀ ਨੇ ਇੱਕ ਦੁਪਾਸ਼ੀਏ ਰਾਹੀਂ ਟਰੂਡੋ ਨੂੰ ਦੱਸਿਆ, ਅਸੀਂ ਜੋ ਵੀ ਚਰਚਾ ਕੀਤੀ ਹੈ ਉਹ ਲੀਕ ਕੀਤੀ ਗਈ ਹੈ, ਇਹ ਉਚਿਤ ਨਹੀਂ। ਟਰੂਡੋ ਨੇ ਚੀਨੀ ਨੇਤਾ ਨੂੰ ਕਿਹਾ ਭਾਵੇਂ ਉਹਨਾਂ ਦੇ ਵਿੱਚ ਅਸਹਿਮਤੀ ਹੈ ਪਰ ਉਹਨਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸ਼ੀ ਦੇ ਰੋਕਣ ਤੋਂ ਪਹਿਲਾਂ ਹੀ ਟਰੂਡੋ ਨੇ ਕਿਹਾ, ਅਸੀਂ ਸੁਤੰਤਰ ਅਤੇ ਸਪਸ਼ਟ ਸੰਵਾਦ ਵਿੱਚ ਵਿਸ਼ਵਾਸ ਕਰਦੇ ਹਾਂ ਤੇ ਅਸੀਂ ਇਕੱਠੇ ਮਿਲ ਕੇ ਰਚਨਾਤਮਕ ਤੌਰ ਤੇ ਕੰਮ ਕਰਨਾ ਜਾਰੀ ਰੱਖਾਂਗੇ, ਪਰ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਤੇ ਅਸੀਂ ਅਸਹਿਮਤ ਹੋਵਾਂਗੇ। ਵੱਖ ਹੋਣ ਤੋਂ ਪਹਿਲਾਂ ਸ਼ੀ ਨੇ ਟਰੂਡੋ ਵੱਲ ਹੱਥ ਵਧਾਉਂਦੇ ਹੋਏ ਕਿਹਾ, ਆਓ ਪਹਿਲਾਂ ਹਾਲਾਤ ਪੈਦਾ ਕਰੀਏ। PMO ਦੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦੋਹਾਂ ਨੇਤਾਵਾਂ ਨੇ ਯੂਕਰੇਨ ਅਤੇ ਰੂਸ ਦੇ ਹਮਲੇ ਅਤੇ ਹੋਰ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਚਿੰਤਾ ਵੀ ਪ੍ਰਗਟ ਕੀਤੀ ਤੇ ਚਰਚਾ ਵੀ ਕੀਤੀ। ਤੇ PMO ਦਾ ਕਹਿਣਾ ਕਿ ਟਰੂਡੋ ਨੇ ਮੌਂਟਰੀਅਲ ਦੇ ਵਿੱਚ ਹੋਣ ਵਾਲੇ COP15 ਸੰਮੇਲਨ ਦੀ ਮਹੱਤਤਾ ਤੇ ਜਲਵਾਯੂ ਪਰਿਵਰਤਨ ਬਾਰੇ ਵੀ ਗੱਲਬਾਤ ਕੀਤੀ। ਵਪਾਰ ਅਤੇ 2 ਕੈਨੇਡੀਅਨਸ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਦੋਹਾਂ ਨੇਤਾਵਾਂ ਦਰਮਿਆਨ ਬਹੁਤ ਸੰਖੇਪ ਗੱਲਬਾਤ ਹੋਈ ਹੈ ਤੇ ਟਰੂਡੋ ਨੇ 2019 ਦੀਆਂ ਫੈਡਰਲ ਚੋਣਾਂ ਦੇ ਦੌਰਾਨ 11 ਉਮੀਦਵਾਰਾਂ ਨੂੰ ਚੀਨ ਦੁਆਰਾ ਦਿੱਤੀ ਗੁਪਤ ਫੰਡਿੰਗ ਦੀਆਂ ਮੀਡੀਆ ਰਿਪੋਰਟਾਂ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ। ਦਰਅਸਲ ਟਰੂਡੋ ਦੀ ਸ਼ੀ ਨਾਲ ਗੱਲਬਾਤ ਕੋਈ ਅਧਿਕਾਰਿਕ ਮੀਟਿੰਗ ਨਹੀਂ ਸੀ, ਜਿਵੇਂ ਕਿ ਸ਼ੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਐਂਜੇਲ ਫਰਨਾਂਡੇਜ਼ ਅਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੂਅਲ ਮੈਕਰੋਨ ਦੇ ਸਮੇਤ ਹੋਰ ਨੇਤਾਵਾਂ ਦੇ ਨਾਲ ਕੀਤੀ ਸੀ। ਆਪਣੀ ਪ੍ਰੈਸ ਵਾਰਤਾ ਦੇ ਦੌਰਾਨ ਟਰੂਡੋ ਨੇ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਨਾਗਰਿਕਾਂ ਨੂੰ ਉਸ ਕੰਮ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਜੋ ਉਹ ਉਹਨਾਂ ਦੇ ਲਈ ਕਰ ਰਹੇ ਹਨ। ਟਰੂਡੋ ਨੇ ਕਿਹਾ, ਮੈਂ ਕੈਨੇਡੀਅਨਸ ਦੇ ਨਾਲ ਖੁੱਲ੍ਹ ਕੇ ਗੱਲ ਕਰਾਂਗਾ ਭਾਵੇਂ ਅਸੀਂ ਮਹੱਤਵਪੂਰਨ ਅਤੇ ਕਈ ਵਾਰ ਨਾਜ਼ੁਕ ਵਿਸ਼ਿਆਂ ਤੇ ਚਰਚਾ ਕਰੀਏ। First of all, not every conversation is always going to be easy, but it's extremely important that we continue to stand up for the things that are important for Canadians. This is something we always do, and we will continue to. I highlighted areas in which we can and should be working together. A good example is the Nature COP, COP15, being held in Montreal over the coming weeks. At the same time, as I highlighted, areas of mutual concern, geopolitical challenges
from the war in Ukraine to the situation in North Korea. I also highlighted things of preoccupations to Canadians, like the question of interference with our citizens, and highlighted that it's important that we be able to have dialogue about this. But part of our values as Canadians is being open and frank about the conversations we have, keeping Canadians involved and apprised of what it is that we're doing and the conversations we're having here, and that's exactly what I did. We know that China is an important global player in the economy and has a very big impact on events around the world. Canada needs to be able to engage constructively and directly on areas we can work together, while at the same time we continue to be there to challenge on human rights, on values and principles that matter to Canadians, and look to advance the interests of Canadians. And this is something that we're going to consistently do in a clear and hopefully a constructive way. G20 ਸੰਮੇਲਨ ਦੇ ਵਿੱਚ ਤਲਖੀ ਨਜ਼ਰ ਆਈ, ਦੋਸਤਾਨਾ ਨਜ਼ਰ ਆਇਆ, ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਲੀਡਰ ਪਹੁੰਚੇ ਹੋਏ ਸੀ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋਈ। ਸਾਰਿਆਂ ਨੇ ਇਕੱਠੇ ਬੈਠਕਾਂ ਕੀਤੀਆਂ, ਇਕੱਲੇ-ਇਕੱਲਿਆਂ ਦੇ ਨਾਲ ਬੈਠਕਾਂ ਕੀਤੀਆਂ ਤੇ ਨਾਲ-ਨਾਲ ਡੀਲਸ ਦੇ ਬਾਰੇ, ਵਪਾਰ ਦੇ ਬਾਰੇ, ਮੁੱਦਿਆਂ ਦੇ ਬਾਰੇ, ਚਿੰਤਾਵਾਂ ਦੇ ਬਾਰੇ ਚਰਚਾ ਕੀਤੀ। G20 ਦੇਸ਼ਾਂ ਦਾ ਇੱਕ ਸਮੂਹ ਜਿਸ ਵਿੱਚ ਦੁਨੀਆ ਦੀਆਂ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥ ਵਿਵਸਥਾਵਾਂ ਸ਼ਾਮਿਲ ਹਨ। ਤੇ ਇਸ ਸਾਲ ਇੰਡੋਨੇਸ਼ੀਆ ਵੱਲੋਂ G20 ਸੰਮੇਲਨ ਦੀ ਨੁਮਾਇੰਦਗੀ ਕੀਤੀ ਗਈ ਸੀ ਅਤੇ 2023 ਦੇ ਸੰਮੇਲਨ ਦੀ ਪ੍ਰਧਾਨਗੀ ਹੁਣ ਅਧਿਕਾਰਿਕ ਤੌਰ ਤੇ ਭਾਰਤ ਨੂੰ ਸੌਂਪੀ ਗਈ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਹੁਣ 1 ਦਸੰਬਰ ਤੋਂ ਰਸਮੀ ਤੌਰ ਤੇ G20 ਦੀ ਪ੍ਰਧਾਨਗੀ ਸੰਭਾਲੇਗਾ। ਹੁਣ ਦੇਖਣਾ ਹੋਵੇਗਾ ਕਿ ਉਦੋਂ ਤੱਕ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ, ਕਿਸ ਤਰ੍ਹਾਂ ਦੇ ਨਾਲ ਭਾਰਤ ਮੇਜ਼ਬਾਨੀ ਕਰਦਾ ਹੈ ਤੇ ਬਾਕੀ ਦੇਸ਼ਾਂ ਦੇ ਸੰਬੰਧ ਕਿਸ ਤਰ੍ਹਾਂ ਦੇ ਨਾਲ ਹੁੰਦੇ ਨੇ। ਕਈਆਂ ਨੇ ਮੁਲਾਕਾਤ ਕਰਕੇ ਆਪਣੇ ਸੰਬੰਧਾਂ ਨੂੰ ਬਿਹਤਰ ਬਣਾਉਣ ਦੀ ਗੱਲ ਕੀਤੀ ਤੇ ਕਈਆਂ ਦੇ ਵਿੱਚ ਤਲਖੀ ਨਜ਼ਰ ਆਈ। ਹੁਣ ਇਹ ਵਪਾਰ, ਇਹ ਸੰਬੰਧ, ਇਹ ਭਾਰਤ ਚਾਹੇ ਅਮਰੀਕਾ, ਚਾਹੇ ਇਹ ਕੈਨੇਡਾ, ਚਾਹੇ ਬ੍ਰਾਜ਼ੀਲ, ਕਿਸੇ ਵੀ ਤਰ੍ਹਾਂ ਦੇ ਜਿਹੜੇ ਦੇਸ਼ ਨੇ ਉਹ ਕਿਸ ਤਰ੍ਹਾਂ ਦੇ ਨਾਲ ਅੱਗੇ ਜਾ ਕੇ ਫੈਸਲੇ ਲੈਂਦੇ ਨੇ ਤੇ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਰਸ਼ੀਆ ਤੇ ਯੂਕਰੇਨ ਦੀ ਲੜਾਈ। ਇਸ ਬਾਰੇ ਕਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਫੈਸਲੇ ਲਏ ਜਾਂਦੇ ਨੇ। ਹਾਲਾਂਕਿ ਰੂਸ ਇਸ G20 ਸੰਮੇਲਨ ਦੇ ਵਿੱਚ ਸ਼ਾਮਿਲ ਨਹੀਂ ਹੋਇਆ। ਯੂਕਰੇਨ ਦੇ ਰਾਸ਼ਟਰਪਤੀ ਨੇ ਆ ਕੇ ਇੱਥੇ ਕਿਹਾ ਕਿ ਜੰਗ ਖਤਮ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਇਕੱਠੇ ਮਿਲ ਕੇ ਫੈਸਲਾ ਲੈਣਾ ਚਾਹੀਦਾ ਹੈ। ਵੱਡੇ ਮੁੱਦੇ ਨੇ, ਵੱਡਿਆਂ ਮੁੱਦਿਆਂ ਤੇ ਚਰਚਾ ਕਰਨੀ ਵੀ ਲਾਜ਼ਮੀ ਹੈ। ਜੋ ਵੀ ਚਰਚਾ ਹੋਵੇਗੀ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਤੇ ਅਪਡੇਟ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।